ਸੋ ਦੋਸਤੋ ਸਤਿ ਸ਼੍ਰੀ ਅਕਾਲ। ਆਪ ਜੀ ਦਾ ਚੈਨਲ ਉੱਪਰ ਨਿੱਘਾ ਸਵਾਗਤ ਹੈ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਗਤ ਕਬੀਰ ਜੀ ਦੇ ਜੀਵਨ ਬਾਰੇ। ਉਹਨਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਗੁਰੂਆਂ ਨੇ ਉਹਨਾਂ ਦੀ ਬਾਣੀ ਉੱਪਰ ਮੋਹਰ ਲਗਾਈ ਹੈ। ਪਰ ਜ਼ਿਆਦਾਤਰ ਸੰਗਤਾਂ ਉਹਨਾਂ ਦੇ ਜੀਵਨ ਬਾਰੇ ਨਹੀਂ ਜਾਣਦੀਆਂ, ਕਿਉਂਕਿ ਉਹਨਾਂ ਦੇ ਜੀਵਨ ਬਾਰੇ ਕਿਤਾਬਾਂ ਅਤੇ ਵੀਡੀਓਜ਼ ਬਹੁਤ ਘੱਟ ਮਿਲਦੀਆਂ ਹਨ। ਇਸ ਵੀਡੀਓ ਵਿੱਚ ਉਹਨਾਂ ਦੇ ਜੀਵਨ ਬਾਰੇ ਝਾਤ ਮਾਰਾਂਗੇ, ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਅਤੇ ਹੋਰਨਾਂ ਸੰਸਾਰ ਮੂਕਤਾ ਦਾ ਵਿਰੋਧ। ਭਗਤ ਕਬੀਰ ਨੇ ਰੱਬੀ ਸੱਤਾ ਤੋਂ ਵਿਹੀਣ ਸੰਸਾਰ ਮੂਕਤਾ ਦਾ ਵਿਰੋਧ ਕੀਤਾ, ਕਿਉਂਕਿ ਦੁਨੀਆ ਦਾ ਪਿਆਰ ਅਤੇ ਰੱਬ ਦਾ ਪਿਆਰ ਆਪਸ ਵਿੱਚ ਨਾ ਮਿਲਣਸਾਰ ਤੇ ਨਵੇਕਲੇ ਹਨ। ਇਸ ਸੰਸਾਰਿਕ ਵਿਰੋਧ ਵਿੱਚ ਮਨੁੱਖ ਦੀਆਂ ਵਪਾਰਿਕ ਰੁਚੀਆਂ, ਕਮਾਦਿਕ ਨਾਲ ਸੰਬੰਧਿਤ ਜ਼ਮੀਰ ਦੀਆਂ ਸੁਭਾਵਿਕ ਕਮਜ਼ੋਰੀਆਂ, ਖੁਸ਼ਾਮਦ ਅਤੇ ਐਬ ਫਰੋਲਣ ਦੀ ਪ੍ਰਕਿਰਤੀ, ਰਜੋ ਤਮੋ ਸਤੋ ਆਦਿ ਮਾਇਕ ਗੁਣਾਂ ਵਿੱਚ ਗਲਤਾਨ ਹੋਣ ਦਾ ਸੁਭਾਅ ਆਦਿ ਸ਼ਾਮਲ ਹਨ। ਕਬੀਰ ਜੀ ਨੇ ਆਪਣੇ ਬਾਰੇ ਕਿਹਾ ਹੈ ਕਿ ਉਹ ਪ੍ਰਭੂ ਨਾਮ ਦਾ ਵਪਾਰੀ ਹੈ। ਮਨ ਨੂੰ ਬਲਦ ਬਣਾ ਕੇ ਪ੍ਰਭੂ ਰੰਗੀ ਸੁਰਤ ਰਾਹੀਂ ਜੀਵਨ ਦਾ ਸਫ਼ਰ ਕਰ ਰਿਹਾ ਹੈ ਤੇ ਉਸਨੇ ਗੁਰੂ ਗਿਆਨ ਦੀ ਛੱਟ ਭਰੀ ਹੋਈ ਹੈ। ਗਿਆਨ ਇੱਕ ਸ਼ਕਤੀਸ਼ਾਲੀ ਸਾਧਨ। ਪ੍ਰਭੂ ਪ੍ਰਾਪਤੀ ਲਈ ਗਿਆਨ ਅਤੀ ਜ਼ਰੂਰੀ ਹੈ, ਕਿਉਂ ਪ੍ਰਭੂ ਮਿਲਾਪ ਦੀ ਦਸ਼ਾ ਗਿਆਨ ਦੇ ਅੰਧੇਰੇ ਤੋਂ ਰਹਿਤ ਹੋ ਕੇ ਅੰਤਰੀਵੀ ਰੁਸ਼ਨਾਈ ਨਾਲ ਜੁੜੀ ਹੁੰਦੀ ਹੈ। ਭਗਤ ਕਬੀਰ ਨੇ ਹਨੇਰੀ ਦਾ ਚਿੰਨ੍ਹ ਵਰਤ ਕੇ ਹਰੇਕ ਕਿਸਮ ਦੇ ਭਰਮ ਅਤੇ ਝੂਠੀ ਸੋਚ ਨੂੰ ਜੜੋਂ ਹਿਲਾਉਣ ਦਾ ਦ੍ਰਿਸ਼ ਪੇਸ਼ ਕੀਤਾ ਹੈ। ਉਹ ਕਹਿੰਦੇ ਹਨ ਕਿ ਗਿਆਨ ਦੀ ਹਨੇਰੀ ਆਉਣ ਨਾਲ ਤ੍ਰਿਸ਼ਨਾ ਰੂਪ ਛਪਰੀ ਦੇ ਕੱਖ ਕਾਣ ਉੱਡ ਗਏ ਹਨ। ਮਾਨਸਿਕ ਦੁਬਦਾ ਦੇ ਦੋਵੇਂ ਖੰਭ ਡਿੱਗ ਪਏ ਹਨ। ਮਨ ਦੇ ਸ਼ੀਸ਼ੇ ਦਾ ਬੱਲਾ ਟੁੱਟ ਗਿਆ ਹੈ। ਬੁਰੀ ਸੋਚ ਦਾ ਭਾਂਡਾ ਫੁੱਟ ਗਿਆ ਹੈ ਅਤੇ ਇਹ ਤ੍ਰਿਸ਼ਨਾ ਦੀ ਛੰਨ ਧਰਤੀ ਤੇ ਡਿੱਗ ਪਈ ਹੈ। ਹਨੇਰੀ ਤੋਂ ਪਿੱਛੋਂ ਆਏ ਮੀਂਹਾਂ ਵਿੱਚ ਤੇਰਾ ਜਨ ਭਿੱਜ ਗਿਆ ਹੈ। ਮਨ ਰੋਸ਼ਨ ਹੋ ਗਿਆ ਹੈ, ਜਿਵੇਂ ਇਸ ਨੇ ਚੜ੍ਹਦਾ ਸੂਰਜ ਵੇਖ ਲਿਆ ਹੋਵੇ। ਜਿਵੇਂ ਕਿ ਉਹਨਾਂ ਨੇ ਲਿਖਿਆ ਹੈ, ਆਂਦੀ ਪਾਛੈ ਜੋ ਜਲ ਬਰਖੈ ਤਹਿ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਏ ਪ੍ਰਗਾਸਾ ਉਦੇ ਭਾਨ ਜਬ ਚੀਨਾ। ਰੋਸ਼ਨ ਮਨ ਦੁਆਰਾ। ਰੋਸ਼ਨ ਮਨ ਦਾ ਹੀ ਸਹੀ ਸਰੂਪ ਹੈ ਤੇ ਰੱਬ ਦੇ ਸਮਾਨ ਹੈ। ਭਾਵੇਂ ਮਨ ਮਾਇਕ ਤੱਤਾਂ ਦਾ ਬਣਿਆ ਹੋਇਆ ਹੈ ਅਤੇ 5 ਗਿਆਨ ਇੰਦਰੀਆਂ ਦੇ ਆਧਾਰਿਤ ਹੈ, ਪਰ ਮਨ ਆਪਣੀ ਸਹੀ ਦਿਸ਼ਾ ਵਿੱਚ ਦੈਵੀ ਗਿਆਨ ਦਾ ਸਰੂਪ ਹੁੰਦਾ ਹੈ। ਜਦੋਂ ਮਨ ਤੁਰੀਆ ਅਵਸਥਾ ਵਿੱਚ ਹੋਵੇ, ਇਹ ਮਾਇਕ ਬੰਧਨਾਂ ਤੋਂ ਸੁਤੰਤਰ ਹੁੰਦਾ ਹੈ ਅਤੇ 3 ਲੋਕਾਂ ਦੀਆਂ ਸੱਚਾਈਆਂ ਨੂੰ ਪ੍ਰਗਟ ਕਰ ਦਿੰਦਾ ਹੈ। ਪੂਰਨ ਆਤਮਾ ਸਮਰਪਣ ਦੁਆਰਾ। ਮਨ ਦੀ ਉਪਰੋਕਤ ਉਚੇਰੀ ਦਸ਼ਾ ਵਿੱਚ ਵਿਅਕਤੀ ਪ੍ਰਭੂ ਪ੍ਰਤੀ ਪੂਰਨ ਆਤਮ ਸਮਰਪਣ ਕਰ ਦਿੰਦਾ ਹੈ। ਇਸ ਦਸ਼ਾ ਵਿੱਚ ਉਸ ਦੀ ਵਿਸ਼ੇਸ਼ਤਾ ਰੱਬ ਦੇ ਗੁੱਸੇ ਜਾਂ ਪਿਆਰ ਤੋਂ ਬੇਪਰਵਾਹ ਹੋ ਕੇ ਰੱਬ ਦੀ ਬੰਦਗੀ ਨੂੰ ਕਬੂਲ ਕਰਨਾ ਹੈ। ਇਸ ਦਸ਼ਾ ਵਿੱਚ ਉਸ ਦਾ ਵਤੀਰਾ ਗੁਲਾਮ ਦਾ ਹੋ ਜਾਂਦਾ ਹੈ ਅਤੇ ਉਹ ਆਪਣਾ ਮਰਨ ਜੀਵਨ ਸਭ ਕੁਝ ਰੱਬ ਦੇ ਹਵਾਲੇ ਕਰ ਦਿੰਦਾ ਹੈ। ਇੰਝ ਸਮਝੋ ਕਿ ਉਸਨੇ ਆਪਣੇ ਆਪੇ ਦੀ ਕੀਮਤ ਦੇ ਕੇ ਰੱਬ ਖਰੀਦ ਲਿਆ ਹੈ। ਪੂਰਨ ਅਭੇਦਤਾ ਦੀ ਦਸ਼ਾ। ਰੱਬ ਨਾਲ ਅਭੇਦਤਾ ਦੀ ਦਸ਼ਾ ਵਿੱਚ ਵਿਅਕਤੀ ਵਿੱਚ ਰੱਬ ਨਾਲੋਂ ਵੱਖਰੇ ਹੋਣ ਦਾ ਅਹਿਸਾਸ ਖਤਮ ਹੋ ਜਾਂਦਾ ਹੈ। ਹਉਮੈ ਦੇ ਵਿਘਨਕਾਰੀ ਸਰੂਪ ਤੋਂ ਉਹ ਸੁਤੰਤਰ ਹੋ ਜਾਂਦਾ ਹੈ। ਉਸ ਉੱਤੇ ਪੂਰਨ ਅਭੇਦਤਾ ਦਾ ਅਹਿਸਾਸ ਭਾਰੀ ਹੋ ਜਾਂਦਾ ਹੈ। ਇਹ ਕਿਰਨ ਦੇ ਸੂਰਜ ਨਾਲ ਮਿਲਣ ਦੀ ਦਸ਼ਾ ਹੈ। ਇਹ ਕਰਤੇ ਤੋਂ ਦਰਿਆ ਬਣਨ ਦੀ ਹਾਲਤ ਹੈ। ਇਹ ਜੋਤ ਦੇ ਰੱਬੀ ਜੋਤ ਵਿੱਚ ਮਿਲਣ ਦੀ ਦਸ਼ਾ ਹੈ ਅਤੇ ਇਹ ਨਿਰੰਤਰ ਪ੍ਰਭੂ ਬੰਦਗੀ ਦਾ ਨਤੀਜਾ ਹੈ। ਜਿਵੇਂ ਉਹਨਾਂ ਨੇ ਲਿਖਿਆ ਹੈ, ਕਬੀਰ ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਿਓ ਤਤ ਤੂੰ। ਇਸ ਦਸ਼ਾ ਨੂੰ ਕਬੀਰ ਜੀ ਨੇ ਮੁਕਤੀ, ਚੌਥਾ ਪਦ, ਪਰਮ ਪਦ ਅਤੇ ਸਹਿਜ ਦੀ ਦਸ਼ਾ ਆਖਿਆ ਹੈ। ਇਹ ਦਸ਼ਾ ਸੂਫੀਆਂ ਦੀ ਤੌਹੀਦ ਦੀ ਦਸ਼ਾ ਦੇ ਅਨੁਰੂਪ ਹੈ। ਗੁਰਮਤਿ ਦੇ ਸੱਚਖੰਡ ਦੀ ਦਸ਼ਾ ਦੇ ਸਮਾਨ ਹੈ। ਅਧਿਆਤਮਕ ਸਾਧਨਾ। ਕਬੀਰ ਬਾਣੀ ਵਿੱਚ ਪ੍ਰਭੂ ਪ੍ਰਾਪਤੀ ਦੇ ਯੋਗ ਮਾਰਗ, ਕਰਮ ਮਾਰਗ, ਗਿਆਨ ਮਾਰਗ ਅਤੇ ਭਗਤੀ ਮਾਰਗ ਦੇ ਸੰਕੇਤ ਮਿਲਦੇ ਹਨ। ਕਬੀਰ ਨੇ ਪ੍ਰਮੁੱਖ ਜ਼ੋਰ ਭਗਤੀ ਤੇ ਦਿੱਤਾ ਹੈ, ਜਿਸ ਵਿੱਚ ਗਿਆਨ ਅਤੇ ਯੋਗ ਦਾ ਮਧੁਰ ਮਿਲਨ ਮਿਲਦਾ ਹੈ। ਭਗਤ ਕਬੀਰ ਜੀ ਅਨੁਸਾਰ ਮਸਤਕ ਦੀ ਤ੍ਰਿਕੁਟੀ ਵਿੱਚ 3 ਨਦੀਆਂ ਕਰਮ, ਗਿਆਨ ਅਤੇ ਭਗਤੀ ਦੀਆਂ ਵਹਿ ਰਹੀਆਂ ਹਨ। ਇਹਨਾਂ ਤਿੰਨਾਂ ਵਿੱਚ ਪਾਪ ਦੇ ਗੰਧ ਨੂੰ ਨਿਰੰਤਰ ਧੋਣਾ ਚਾਹੀਦਾ ਹੈ। ਚੰਗੇ ਕਰਮਾਂ ਨਾਲ ਜੀਵਨ ਦੀ ਪ੍ਰਤਿੱਗਿਆ ਪੂਰੀ ਹੁੰਦੀ ਹੈ। ਹਉਮੈ ਅਥਵਾ ਅਗਿਆਨਤਾ ਨਾਲ ਜੰਗ ਦਿਨ ਰਾਤ ਜਾਰੀ ਰੱਖਣੀ ਚਾਹੀਦੀ ਹੈ। ਕਬੀਰ ਜੀ ਨੇ ਯੋਗ ਮਾਰਗ ਨਾਲ ਸੰਬੰਧਿਤ ਤਪੱਸਿਆ ਦੇ ਢੰਗ ਨੂੰ ਅਸਵੀਕਾਰ ਕਰ ਦਿੱਤਾ। 5 ਗਿਆਨ ਇੰਦਰੀਆਂ ਦੇ ਸੰਜਮ ਤੇ ਜ਼ੋਰ ਦਿੱਤਾ। ਬੁਰੀਆਂ ਵਾਸ਼ਨਾਵਾਂ ਨੂੰ ਇੱਕਦਮ ਖਤਮ ਕਰਨ ਦੀ ਪ੍ਰੇਰਨਾ ਕੀਤੀ ਤਾਂ ਕਿ ਉਸ ਦੀ ਨਜ਼ਰ ਕਦੇ ਵੀ ਦੁਵਿਧਾ ਦੀ ਸ਼ਿਕਾਰ ਨਾ ਹੋਵੇ। ਉਹਨਾਂ ਨੇ ਯੋਗ ਨੂੰ ਮਾਨਸਿਕ ਇਕਾਗਰਤਾ ਦੇ ਸਾਧਨ ਵਜੋਂ ਸਵੀਕਾਰਿਆ। ਉਹ ਆਖਦੇ ਹਨ ਕਿ ਮਨ ਦੀ ਇਕਾਗਰਤਾ ਅਤੇ ਰੱਬ ਦੀ ਯਾਦ ਮੇਰੀਆਂ ਕੰਨਾਂ ਦੀਆਂ ਮੁੰਦਰੀਆਂ ਹਨ
ਹਕੀਕਤ ਦਾ ਸੱਚਾ ਗਿਆਨ ਮੇਰੀ ਖੈਂਥਾ ਅਥਵਾ ਬਾਹਰਲਾ ਚੋਗਾ ਹੈ। ਪਰਮਾਤਮਾ ਵਿੱਚ ਲੀਨਤਾ ਮੇਰਾ ਬਹਿਣ ਦਾ ਟਿਕਾਣਾ ਹੈ। ਮਨ ਦੀ ਭਟਕਣ ਅਤੇ ਕਾਬੂ ਮੇਰਾ ਆਸਣ ਹੈ। ਮੈਂ ਇਹੋ ਜਿਹਾ ਬਰਾਗੀ ਅਤੇ ਜੋਗੀ ਹਾਂ। ਨਾ ਮੈਂ ਮਰਦਾ ਹਾਂ, ਨਾ ਮੈਂ ਸੋਗ ਮਨਾਉਂਦਾ ਹਾਂ, ਅਤੇ ਨਾ ਹੀ ਮੈਂ ਵਿਛੜਦਾ ਹਾਂ। ਕਬੀਰ ਜੀ ਨੇ ਭਗਤੀ ਨੂੰ ਪ੍ਰਤੱਖ ਸਥਾਨ ਦਿੱਤਾ ਹੈ। ਉਹਨਾਂ ਦੇ ਵਿਚਾਰਾਂ ਅਨੁਸਾਰ ਭਗਤੀ ਦਾ ਤੱਤ ਕਰਮਕਾਂਡਾਂ ਦੇ ਜੰਜਾਲ ਨੂੰ ਸਾਫ਼ ਕਰਨ ਤੋਂ ਬਾਅਦ ਹੀ ਪ੍ਰਾਪਤ ਹੁੰਦਾ ਹੈ। ਕਰਮਕਾਂਡ ਦੀ ਪ੍ਰਕਿਰਤੀ ਜੜ ਹੈ, ਜੋ ਭਗਤੀ ਦੇ ਸ਼ੁੱਧ ਚੇਤਨ ਤੱਤ ਦੀ ਪ੍ਰਾਪਤੀ ਵਿੱਚ ਰੋੜਾ ਹੈ। ਕਬੀਰ ਜੀ ਵਿਚਾਰਕ ਵੀ ਸਨ ਅਤੇ ਪ੍ਰੇਮੀ ਵੀ ਸਨ। ਉਹਨਾਂ ਨੇ ਵਿਚਾਰਕ ਦੇ ਰੂਪ ਵਿੱਚ ਸੱਤ ਦੀ ਖੋਜ ਕੀਤੀ, ਅਸੱਤ ਦੀ ਚੀਰ-ਫਾੜ ਕੀਤੀ ਅਤੇ ਪ੍ਰੇਮੀ ਦੇ ਰੂਪ ਵਿੱਚ ਸਾਰਿਆਂ ਨੂੰ ਪ੍ਰੇਮ ਦੇ ਸੂਤਰ ਵਿੱਚ ਬੰਨ੍ਹਣ ਦਾ ਯਤਨ ਕੀਤਾ। ਕਬੀਰ ਦਾ ਵਾਸਤਵਿਕ ਰੂਪ ਭਗਤ ਦਾ ਹੈ। ਉਹਨਾਂ ਦੇ ਵਿਚਾਰ ਅਨੁਸਾਰ ਭਗਤੀ ਕਹਿ ਕੇ ਨਹੀਂ ਸਮਝਾਈ ਜਾਂਦੀ, ਇਸ ਦਾ ਸਵਾਦ ਹੀ ਮਾਣਿਆ ਜਾ ਸਕਦਾ ਹੈ। ਭਗਤ ਕਬੀਰ ਜੀ ਨੇ ਆਖਿਆ ਕਿ ਸਾਖੀ, ਪਦ, ਸ਼ਬਦ, ਦੋਹੇ ਆਦਿ ਸਭ ਪ੍ਰਮਾਤਮਾ ਦੀ ਪ੍ਰਾਪਤੀ ਦੇ ਸਾਧਨ ਮਾਰਗ ਹਨ। ਸਾਰੇ ਯਤਨ ਉਦੋਂ ਤੱਕ ਹਨ ਜਦੋਂ ਤੱਕ ਕਿ ਪ੍ਰਭੂ ਪ੍ਰੇਮ ਦੇ ਆਧਾਰ ਤੇ ਪ੍ਰੀਤਮ ਦਾ ਮੇਲ ਨਹੀਂ ਹੋ ਜਾਂਦਾ। ਪ੍ਰੇਮਾ ਭਗਤੀ ਅਥਵਾ ਭਉ ਭਗਤੀ ਹੀ ਵਿਅਕਤੀ ਨੂੰ ਆਪਣੇ ਆਪੇ ਤੇ ਕੁੱਲ ਬੰਧਨਾਂ ਤੋਂ ਸੁਤੰਤਰ ਕਰ ਸਕਦੀ ਹੈ ਤੇ ਉਹ ਖਾਲਸਾ ਅਥਵਾ ਬੰਧਨ ਰਹਿਤ ਪਵਿੱਤਰ ਵਿਅਕਤੀ ਦੀ ਉਪਾਧੀ ਧਾਰਨ ਕਰ ਸਕਦਾ ਹੈ। ਜਿਵੇਂ ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ, ਮਾਨਵੀ ਹੋਂਦ ਦਾ ਸੰਕਟ ਅਤੇ ਸਮਾਧਾਨ। ਮਨੁੱਖ ਦੀ ਪ੍ਰਭੂ ਪ੍ਰਾਪਤੀ ਦੀ ਸਮੱਸਿਆ ਵਿਅਕਤੀ ਦੀ ਹਉ ਚੇਤਨਾ ਅਤੇ ਦੈਵੀਕਰਨ ਨਾਲ ਸੰਬੰਧਿਤ ਹੈ। ਇਸ ਸਮੁੱਚੀ ਰਹੱਸਵਾਦੀ ਪ੍ਰਕਿਰਿਆ ਦਾ ਸੰਬੰਧ ਵਿਅਕਤੀ ਦੇ ਮਨੋਵਿਗਿਆਨ ਨਾਲ ਜਾ ਜੁੜਦਾ ਹੈ। ਮਾਨਵੀ ਹੋਂਦ ਦਾ ਪਹਿਲਾ ਮਨੋਵਿਗਿਆਨਿਕ ਸੰਕਟ ਜੀਵਨ ਦੀ ਨਾਸ਼ਮਾਨਤਾ ਦਾ ਅਨੁਭਵ ਹੈ। ਇਸ ਸੰਦਰਭ ਵਿੱਚ ਧਰਮ ਦੀ ਉਪਯੋਗਤਾ ਪ੍ਰਤੱਖ ਹੈ, ਕਿਉਂਕਿ ਇਹ ਉਸ ਸੰਘਰਸ਼ ਦਾ ਸਹਿਜ ਪਰਿਣਾਮ ਹੈ ਜਿਸ ਰਾਹੀਂ ਮਨੁੱਖ ਜੀਵਨ ਦੀ ਛਿੰਨ ਭੰਗਰਤਾ, ਇਸ ਦੀ ਸੱਭਿਅਤਾ ਅਤੇ ਸਥਿਰਤਾ ਦੀ ਸਮੱਸਿਆ ਨਾਲ ਜੂਝਦਾ ਹੈ। ਭਗਤ ਕਬੀਰ ਜੀ ਅਨੁਸਾਰ ਮਨੁੱਖ ਆਦਰਸ਼ਹੀਣ ਹੋ ਕੇ ਆਪਣੇ ਜੀਵਨ ਦੇ ਆਰੰਭ ਤੋਂ ਹੀ ਮੌਤ ਵੱਲ ਸਫ਼ਰ ਕਰਦਾ ਹੈ। ਪਹਿਲੇ 12 ਸਾਲ ਬਚਪਨ ਦੀ ਭੇਂਟ ਚੜ੍ਹਾ ਦਿੰਦੇ ਹਨ ਅਤੇ ਅਗਲੇ 20 ਸਾਲ ਬਿਨਾਂ ਤਪੱਸਿਆ ਦੇ ਅਤੇ ਅਗਲੇ 30 ਸਾਲ ਬਿਨਾਂ ਕਿਸੇ ਸੱਚੀ ਲੈਵ ਲੱਗਣ ਦੇ ਵਿਅਰਥ ਚਲੇ ਜਾਂਦੇ ਹਨ। ਬੁਢੇਪੇ ਦੇ ਤਿੱਖੇ ਵਾਰ ਇਸ ਦੇ ਕੋਮਲ ਸਰੀਰ ਦੇ ਅੰਗਾਂ ਕੋਲੋਂ ਝੱਲੇ ਨਹੀਂ ਜਾਂਦੇ, ਪਰ ਮਨੁੱਖ ਦਾ ਦਿਖਾਂਤ ਇਹ ਹੈ ਕਿ ਮਾਇਆ ਦੀ ਖਿੱਚ ਬੁਢਾਪੇ ਵਿੱਚ ਵੀ ਮੁੱਕਦੀ ਨਹੀਂ। ਇਸ ਬਲਹੀਣ ਅਤੇ ਮਤਹੀਣ ਦਸ਼ਾ ਵਿੱਚ ਧਰਮ ਕਮਾਉਣ ਦੀ ਆਸ ਦਾ ਖਿਆਲ ਥੋਥਾ ਅਤੇ ਅਕਲੋ ਸਖਣਾ ਹੈ। ਇਸ ਤਰ੍ਹਾਂ ਪ੍ਰਤੱਖ ਹੈ ਕਿ ਸਰੀਰ ਨੂੰ ਅਨਿਸ਼ਚੈ ਦੇ ਸੰਦਰਭ ਨੇ ਘੇਰਿਆ ਹੋਇਆ ਹੈ। ਆਪਣੀ ਹਸਤੀ ਦੇ ਸੰਕਟ ਨੂੰ ਨਿਵਾਰਨ ਲਈ ਉਹ ਨਿਸ਼ਚੈ ਆਤਮਿਕ ਸੰਦਰਭ ਦੀ ਰਚਨਾ ਕਰਦਾ ਹੈ ਅਤੇ ਆਪਣੀ ਸ਼ਕਤੀਹੀਣਤਾ ਦੇ ਐਨ ਉਲਟ ਸਰਬ ਸ਼ਕਤੀ ਸੰਪੰਨ ਹੋਂਦ ਦੀ ਰਚਨਾ ਕਰਦਾ ਹੈ। ਇਸ ਸੰਦਰਭ ਵਿੱਚ ਭਗਤ ਕਬੀਰ ਜੀ ਆਖਦੇ ਹਨ ਕਿ ਜਿਸ ਮਨੁੱਖ ਤੇ ਪ੍ਰਮਾਤਮਾ ਮਿਹਰ ਕਰਦਾ ਹੈ, ਉਸ ਦੀ ਸੁਰਤ ਉਹ ਆਪਣੇ ਰਚਨਾ ਨਾਲ ਜੋੜ ਦਿੰਦਾ ਹੈ। ਉਹ ਮਨੁੱਖ ਪ੍ਰਮਾਤਮਾ ਦਾ ਨਾਮ ਰੂਪੀ ਲਾਹਾ ਖੱਟਦਾ ਹੈ। ਪ੍ਰਭੂ ਦੀ ਬਖਸ਼ਿਸ਼ ਹੋਈ ਸਿਫਤ ਸਲਾਹ ਦੀ ਬਾਣੀ ਮਨੁੱਖ ਦੀ ਮਾਇਕ ਪਿਆਸ ਨੂੰ ਮਿਟਾਉਂਦੀ ਹੈ ਤੇ ਉਹ ਪ੍ਰਭੂ ਰਜਾ ਵਿੱਚ ਰਾਜੀ ਰਹਿਣ ਦੀ ਚੌਪੜ ਖੇਡਦਾ ਹੈ। ਮਨ ਨੂੰ ਜਿੱਤ ਕੇ ਪਾਸਾ ਸੁੱਟਦਾ ਹੈ ਅਤੇ ਇਸ ਤਰ੍ਹਾਂ ਉਹ ਮਨੁੱਖੀ ਜੀਵਨ ਦੀ ਬਾਜੀ ਜਿੱਤ ਕੇ ਆਪਣੇ ਘਰ ਪਰਤਦਾ ਹੈ। ਕਬੀਰ ਜੀ ਨੇ ਜਗਤ ਦੇ ਪਦਾਰਥਾਂ ਦੀ ਨਾਸ਼ਮਾਨਤਾ ਸੰਬੰਧੀ ਲੰਕਾ ਦੇ ਮਿਥਿਹਾਸਿਕ ਪ੍ਰਤਾਪੀ ਰਾਜੇ ਰਾਵਣ ਦੀ ਮਿਸਾਲ ਦਿੱਤੀ ਹੈ, ਜਿਸ ਦੇ ਘਰ ਦਾ ਅੱਜ ਨਾਮੋ ਨਿਸ਼ਾਨ ਤੱਕ ਨਹੀਂ ਮਿਲਦਾ। ਜੀਵਨ ਦੀ ਅਰਥ ਵਿਹੂਣਤਾ ਦੀ ਸਮੱਸਿਆ ਦੇ ਹੱਲ ਲਈ ਅਤੇ ਸਦੀਵਤਾ ਦੀ ਪ੍ਰਾਪਤੀ ਲਈ ਕਬੀਰ ਰੱਬੀ ਨਾਮ ਵਿੱਚ ਲਿਵ ਲਗਾਉਣ ਲਈ ਪ੍ਰੇਰਦੇ ਹਨ। ਕਬੀਰ ਜੀ ਵਿਅਕਤੀ ਦੇ ਸਨਮੁਖ ਉਸ ਦੀ ਦਿਵਯਤਾ ਸਿਰਜਦੇ ਹਨ, ਉਸ ਦੇ ਮਾਨਵੀ ਤਣਾਅ ਨੂੰ ਹੱਲ ਕਰਦੇ ਹਨ ਅਤੇ ਅਸਤਿਤਵੀ ਸੰਕਟ ਨੂੰ ਨਿਵਾਰਦੇ ਹਨ। ਕਬੀਰ ਜੀ ਆਖਦੇ ਹਨ ਕਿ ਹੁਣ ਜੱਗ ਨੂੰ ਭੈ ਭੀਤ ਕਰਨ ਵਾਲੀ ਮੌਤ ਵੀ ਮੇਰੇ ਲਈ ਡਰ ਵਾਲੀ ਵਸਤੂ ਨਹੀਂ ਰਹੀ, ਸਗੋਂ ਪ੍ਰਭੂ ਮੇਲ ਦਾ ਸਾਧਨ ਬਣ ਗਈ ਹੈ। ਗੁਰੂ ਦੀ ਸਿੱਖਿਆ ਦੁਆਰਾ ਮੈਨੂੰ ਮੌਤ ਦੇ ਭੇਦ ਦਾ ਪਤਾ ਲੱਗ ਗਿਆ ਹੈ, ਜਿਸ ਦਾ ਭਰਮ ਦੂਰ ਹੋਣ ਤੇ ਹੁਣ ਸਿਰਫ ਪਰਮ ਆਨੰਦ ਹੀ ਬਾਕੀ ਰਹਿ ਗਿਆ ਹੈ। ਉਹਨਾਂ ਦੀ ਬਾਣੀ ਵਿੱਚ ਅੰਕਿਤ ਹੈ, ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਭਗਤ ਕਬੀਰ ਮਨੁੱਖੀ ਵਿਅਕਤੀਤਵ ਦੇ ਏਕੀਕਰਨ ਦੀ ਸਮੱਸਿਆ ਨੂੰ ਹੱਲ ਕਰਦਾ ਹੈ। ਕਬੀਰ ਅਨੁਸਾਰ ਮਨੁੱਖੀ ਸਰੀਰ ਦੁੱਖਾਂ ਅਤੇ ਸੁੱਖਾਂ ਦਾ ਘਰ ਹੈ। ਇਸ ਦਾ ਕਾਰਨ ਮਨੁੱਖੀ ਮਨ ਦੀ ਪ੍ਰਕਿਰਤੀ ਅਤੇ ਸੁਭਾਅ ਹੈ। ਸਰੀਰਕ ਖੁਸ਼ੀਆਂ ਦੀ ਤਲਾਸ਼ ਸਰੀਰ ਵਿੱਚ ਦੁੱਖਾਂ ਨੂੰ ਜਨਮ ਦਿੰਦੀ ਹੈ। ਜੇ ਮਨੁੱਖੀ ਚੇਤਨਾ ਵਿਸ਼ਮਈ ਸੁੱਖਾਂ ਵਿੱਚੋਂ ਨਿਕਲ ਜਾਵੇ ਤਾਂ ਸਰੀਰ ਸੁੱਖਾਂ ਦਾ ਘਰ ਬਣ ਜਾਂਦਾ ਹੈ ਅਤੇ ਰੱਬੀ ਨਿਵਾਸ ਦਾ ਸਾਧਨ ਹੋ ਜਾਂਦਾ ਹੈ। ਇਸ ਤਰ੍ਹਾਂ ਸਰੀਰ, ਮਨ ਅਤੇ ਰੱਬ ਆਪਸ ਵਿੱਚ ਡੂੰਘੀ ਤਰ੍ਹਾਂ ਸੰਬੰਧਿਤ ਹਨ। ਮਨ ਅਥਵਾ ਮਨੁੱਖੀ ਆਪਾ ਸਰੀਰ ਨਾਲ ਸੰਯੁਕਤ ਹੈ
ਅਤੇ ਇਸ ਦਾ ਕੋਈ ਰੂਪ ਅਤੇ ਰੰਗ ਨਹੀਂ ਹੈ। ਇਹ ਰੱਬੀ ਹੁਕਮ ਵਿੱਚ ਜੰਮਦਾ ਹੈ ਅਤੇ ਹਕੀਕਤ ਦੇ ਅਨੁਭਵ ਨਾਲ ਪਰਮ ਹਸਤੀ ਵਿੱਚ ਲੀਨ ਹੋ ਜਾਂਦਾ ਹੈ। ਮਨੁੱਖ ਅਥਵਾ ਮਨੁੱਖੀ ਆਪੇ ਦਾ ਭੇਦ ਇਹੀ ਹੈ ਕਿ ਜੇ ਇਛਾਵਾਂ ਨੂੰ ਇਸ ਵਿੱਚ ਹੀ ਜਜ਼ਬ ਕਰ ਦਿੱਤਾ ਜਾਵੇ ਤੇ ਇਸ ਨੂੰ ਪਰਮ ਹਸਤੀ ਵਿੱਚ ਲੀਨ ਕਰ ਦਈਏ ਤਾਂ ਫਿਰ ਸੁੱਖ ਹੀ ਸੁੱਖ, ਪ੍ਰਕਾਸ਼ ਹੀ ਪ੍ਰਕਾਸ਼ ਦਾ ਅਨੁਭਵ ਹੁੰਦਾ ਹੈ। ਸਾਰੇ ਸਰੀਰ ਵਿੱਚ ਇੱਕ ਮਹਾਨ ਆਪਾ ਵਿਆਪਕ ਹੈ ਜਿਸ ਦਾ ਚਿੰਤਨ ਕਬੀਰ ਨੂੰ ਹੀ ਦਰਕਾਰ ਹੈ। ਸੋ ਮਨੁੱਖੀ ਵਿਅਕਤੀਤਵ ਦੇ ਏਕੀਕਰਨ ਦੀ ਸਮੱਸਿਆ ਮਨੁੱਖੀ ਮਨ ਦੀ ਪ੍ਰਕਿਰਤੀ ਦੇ ਡੰਗੇਰੇ ਗਿਆਨ ਨਾਲ ਜੁੜੀ ਹੋਈ ਹੈ। ਮਨੁੱਖੀ ਵਿਅਕਤੀਤਵ ਦੀ ਇਹ ਏਕੀਕਰਨ ਦੀ ਪ੍ਰਕਿਰਿਆ ਪ੍ਰਸਿੱਧ ਮਨੋਵਿਗਿਆਨੀ ਸੀ.ਜੀ. ਜੁੰਗ ਦੀ ਇਸ ਧਾਰਨਾ ਦੇ ਅਨੁਰੂਪ ਹੈ ਕਿ ਮਾਨਸਿਕ ਮੰਡਲ ਦੀਆਂ ਡੂੰਘੀਆਂ ਤਹਿਾਂ ਵਿੱਚ ਜੇ ਨਾਸ਼ ਕਰਨ ਵਾਲੀਆਂ ਸ਼ਕਤੀਆਂ ਮੌਜੂਦ ਹਨ ਤੇ ਇਸ ਵਿੱਚ ਬਚਾਉਣ ਵਾਲੀਆਂ ਸ਼ਕਤੀਆਂ ਵੀ ਮੌਜੂਦ ਹਨ। ਮਨੁੱਖੀ ਸ਼ਖਸੀਅਤ ਦੇ ਖਿੜਾਅ ਦਾ ਕਾਰਨ ਉਸ ਦੀਆਂ ਪਾਸਵਿਕ ਪ੍ਰਵਿਰਤੀਆਂ ਹਨ, ਜਿਨ੍ਹਾਂ ਦੇ ਸਮੂਹ ਨੂੰ ਪ੍ਰਸਿੱਧ ਮਨੋਵਿਗਿਆਨੀ ਜੁੰਗ ਨੇ ਸਮੂਹਿਕ ਚੇਤਨਾਵਾਂ ਕਿਹਾ ਹੈ, ਜਿਸ ਦਾ ਪਿਛੋਕੜ ਉਸ ਸਮੇਂ ਤੱਕ ਫੈਲਿਆ ਹੋਇਆ ਹੈ ਜਦੋਂ ਮਨੁੱਖ ਅਜੇ ਪਾਸਵਿਕ ਪੱਧਰ ਤੇ ਸੀ। ਇਹ ਪ੍ਰਵਿਰਤੀਆਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੀਆਂ ਹਨ, ਜੋ ਸੰਸਾਰਿਕ ਖਿੱਚ ਦਾ ਕਾਰਨ ਹੋਣ ਕਰਕੇ ਵਿਅਕਤੀ ਨੂੰ ਇੱਧਰ-ਉੱਧਰ ਧਕੇਲਦੀਆਂ ਹਨ। ਇਹਨਾਂ ਪ੍ਰਵਿਰਤੀਆਂ ਦੇ ਵਿਨਾਸ਼ਕਾਰੀ ਪ੍ਰਭਾਵ ਬਾਰੇ ਚਿੰਤਨ ਕਰਨ ਨਾਲ ਇਹਨਾਂ ਨੂੰ ਉਸਾਰੂ ਸੇਧ ਦਿੱਤੀ ਜਾ ਸਕਦੀ ਹੈ। ਇਸ ਸੰਦਰਭ ਵਿੱਚ ਕਬੀਰ ਜੀ ਨੇ ਮਨੁੱਖ ਨੂੰ ਉਸ ਦੇ ਅੰਤਿਮ ਸਰੋਕਾਰਾਂ ਪ੍ਰਤੀ ਸੁਚੇਤ ਕੀਤਾ ਹੈ ਅਤੇ ਉਸ ਨੂੰ ਮੌਤ ਯਾਦ ਕਰਵਾ ਕੇ ਕਿਹਾ ਹੈ ਕਿ ਲੋਭ ਕਰਨਾ ਵਿਅਰਥ ਹੈ, ਕਿਉਂਕਿ ਜੀਵਨ ਦੀ ਉਮਰ ਦਾ ਕੋਈ ਭਰੋਸਾ ਨਹੀਂ। ਲੋਭ ਮਨੁੱਖਾਂ ਦੀ ਆਜ਼ਾਦੀ ਨੂੰ ਗਵਾ ਦਿੰਦਾ ਹੈ। ਧਨ ਅਤੇ ਜੋਬਨ ਦਾ ਮਾਣ ਕਰਨਾ ਅਗਿਆਨਤਾ ਹੈ, ਕਿਉਂਕਿ ਇਹ ਸਭ ਨਾਸ਼ਵਾਨ ਹਨ। ਕਰਨਯੋਗ ਦੈਵੀ ਕਰਤੱਵ ਪ੍ਰਭੂ ਬੰਦਗੀ ਅਤੇ ਜੀਵਾਂ ਤੇ ਦਇਆ ਕਰਨੀ ਹੈ, ਜਿਸ ਤੋਂ ਬਿਨਾਂ ਧਰਮਰਾਜ ਦੇ ਦਰਬਾਰ ਵਿੱਚ ਸਜ਼ਾ ਯਕੀਨੀ ਹੈ। ਸਾਧ ਸੰਗਤ ਹੀ ਤਾਰਨ ਦੇ ਸਮਰੱਥ ਹੈ। ਕਬੀਰ ਜੀ ਅਨੁਸਾਰ ਮਨੁੱਖ ਨਿਰਾ ਨੀਵੇਂ ਆਪੇ ਦਾ ਹੀ ਮਾਲਕ ਨਹੀਂ, ਸਗੋਂ ਉਸ ਵਿੱਚ ਉਚੇਰਾ ਆਪਾ ਵੀ ਹੈ। ਉਹ ਜਿੱਥੇ ਮਾਦੇ ਦਾ ਬਣਿਆ ਹੋਇਆ ਹੈ, ਉਸ ਵਿੱਚ ਆਤਮਾ ਦਾ ਅੰਸ਼ ਵੀ ਹੈ। ਜਿਸ ਤਰ੍ਹਾਂ ਕਬੀਰ ਨੇ ਮਨੁੱਖ ਨੂੰ ਉਸ ਦੀ ਪ੍ਰਕਿਰਤੀ ਦੀ ਸੰਪੂਰਨ ਜਾਣਕਾਰੀ ਦੇ ਕੇ ਉਸ ਨੂੰ ਇਕਸੁਰ ਕਰਨ ਦਾ ਚਾਰਾ ਕੀਤਾ ਹੈ। ਸ਼ਖਸੀਅਤ ਦੇ ਖੰਡਾਓ ਦਾ ਬੁਨਿਆਦੀ ਕਾਰਨ ਮਨੁੱਖ ਦੀ ਨਿੱਜੀ ਚੇਤਨਾ ਹੈ। ਪ੍ਰਸਿੱਧ ਜੀਵਨ ਵਿਗਿਆਨੀ ਵੈਲਜ਼ ਅਨੁਸਾਰ ਸਾਰੇ ਪ੍ਰਕਿਰਤਿਕ ਪ੍ਰਾਣੀਆਂ ਵਿੱਚੋਂ ਮਨੁੱਖ ਦੀ ਪੌੜੀ ਤੇ ਪੁੱਜ ਕੇ ਜੀਵਨ ਵਿੱਚ ਸਵੈ ਚੇਤਨਾ ਵਾਪਰਦੀ ਹੈ, ਜਿਸ ਨੂੰ ਗੁਰਮਤਿ ਵਿੱਚ ਹਉਮੈ ਕਿਹਾ ਗਿਆ ਹੈ। ਇਸ ਸੀਮਿਤ ਚੇਤਨਾ ਕਾਰਨ ਉਹ ਨਿੱਜੀ ਸੰਸਾਰ ਸਿਰਜਦਾ ਹੈ ਅਤੇ ਦਵੈਤ ਦਾ ਸ਼ਿਕਾਰ ਹੋ ਜਾਂਦਾ ਹੈ। ਭਗਤ ਕਬੀਰ ਜੀ ਨੇ ਇਸ ਦਾ ਕਾਰਨ ਵਿਅਕਤੀ ਵਿੱਚ ਵਿਵੇਕ ਬੁੱਧ ਦਾ ਨਾ ਹੋਣਾ ਦੱਸਿਆ ਹੈ, ਜਿਸ ਕਾਰਨ ਉਹ ਚੰਗੇ ਮਾਦੇ ਦੀ ਪਰਖ ਤੋਂ ਵਾਂਝਾ ਹੋ ਜਾਂਦਾ ਹੈ। ਉਹ ਜਗਤ ਨੂੰ ਪ੍ਰਭੂ ਤੋਂ ਵੱਖ ਸਮਝਦਾ ਹੈ ਅਤੇ ਅਸਲ ਵਿੱਚ ਉਸ ਤੋਂ ਵੱਖ ਹੋ ਕੇ ਕਿਸੇ ਵੀ ਹਾਲਤ ਵਿੱਚ ਟਿਕ ਨਹੀਂ ਸਕਦਾ। ਕਬੀਰ ਜੀ ਅਨੁਸਾਰ ਇਸ ਭਾਵਨਾ ਅਧੀਨ ਇੱਕ ਵਿਅਕਤੀ ਦੂਜਿਆਂ ਦਾ ਆਰਥਿਕ ਸ਼ੋਸ਼ਣ ਕਰਦਾ ਹੈ ਅਤੇ ਪਰਾਇਆ ਮਾਲ ਲੁੱਟ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੰਦਾ ਹੈ। ਅਸਲ ਦ੍ਰਿਸ਼ਟੀ ਇਹ ਹੈ ਕਿ ਵਿਅਕਤੀ ਸੰਸਾਰ ਨੂੰ ਸੰਸਾਰਿਕ ਲਾਭ ਤੋਂ ਪਰੇ ਉੱਚੀ ਪੌੜੀ ਤੇ ਚੜ੍ਹਨ ਦਾ ਵਸੀਲਾ ਕਰਕੇ ਜਾਣੇ ਅਤੇ ਇਸ ਨੂੰ ਨਿਰੇ ਪਦਾਰਥ ਵਿਕਾਸ ਦਾ ਸਾਧਨ ਹੀ ਨਾ ਸਮਝੇ। ਇਹ ਤਾਂ ਹੀ ਹੋ ਸਕਦਾ ਹੈ ਕਿ ਜੇ ਇਹ ਭੁਲੇਖਾ ਹਟੇ ਕਿ ਦਿਸਦਾ ਜਗਤ ਪਰਮਾਤਮਾ ਨਾਲੋਂ ਵੱਖਰੀ ਹਸਤੀ ਹੈ। ਜਿਵੇਂ ਪਾਣੀ ਦੇ ਘੜੇ ਦੇ ਪਾਣੀ ਵਿੱਚ ਟੁੱਟਣ ਦੀ ਦਸ਼ਾ ਵਿੱਚ ਪਾਣੀ ਅਤੇ ਉਸ ਵਿਚਲੇ ਆਕਾਸ਼ ਦੀ ਹਸਤੀ ਘੜੇ ਸਮੇਤ ਮੁੱਕ ਜਾਂਦੀ ਹੈ, ਅਥਵਾ ਪ੍ਰਤੀਬਿੰਬ ਬਿੰਬ ਵਿੱਚ ਅਤੇ ਪਾਣੀ ਵਿੱਚ ਚਲਾ ਜਾਂਦਾ ਹੈ। ਇਸ ਤਰ੍ਹਾਂ ਦਵੈਤ ਦਾ ਪਰਦਾ ਹਟਣ ਤੇ ਇੱਕ ਵਿਅਕਤੀ ਪ੍ਰਭੂ ਨਾਲੋਂ ਆਪਣੇ ਆਪ ਨੂੰ ਵੱਖ ਨਹੀਂ ਸਮਝਦਾ ਅਤੇ ਉਸ ਦੀ ਹਸਤੀ ਅਖਰ ਪ੍ਰਭੂ ਵਿੱਚ ਟਿਕ ਜਾਂਦੀ ਹੈ। ਸੰਸਾਰਕ ਵਸਤਾਂ ਵਿਅਕਤੀ ਦੀ ਇਕਸੁਰਤਾ ਨੂੰ ਭੰਗ ਕਰਦੀਆਂ ਹਨ। ਭਗਤ ਕਬੀਰ ਜੀ ਸਵਾਲ ਕਰਦੇ ਹਨ ਕਿ ਇਸਤਰੀ, ਪੁੱਤਰ, ਧਨ ਪਦਾਰਥ ਤੋਂ ਕਿਸੇ ਨੇ ਕਦੀ ਸੁੱਖ ਲੱਭਾ ਹੈ? ਇਹਨਾਂ ਖਾਤਰ ਸੰਸਾਰਕ ਵਸਤਾਂ ਇਕੱਠੀਆਂ ਕਰਨਾ ਵਿਅਰਥ ਹੈ। ਮੌਤ ਆਉਣ ਤੇ ਸੰਸਾਰਕ ਸੰਮਤੀ ਸਮੇਤ ਰਿਸ਼ਤਿਆਂ ਦੇ ਅਰਥਹੀਨ ਬਣ ਕੇ ਰਹਿ ਜਾਂਦੀ ਹੈ। ਕਬੀਰ ਜੀ ਅਨੁਸਾਰ ਵਸਤਾਂ ਪ੍ਰਤੀ ਆਪਣੇ ਮਨ ਨੂੰ ਮਾਰਨਾ ਚਾਹੀਦਾ ਹੈ ਤਾਂ ਕਿ ਵਸਤਾਂ ਦੇ ਸਾਂਸੇ ਰੂਪ ਜੰਮ ਤੋਂ ਨਿਜਾਤ ਮਿਲ ਸਕੇ। ਮਨ ਨੂੰ ਮਾਰਨ ਦੀ ਇਸ ਪ੍ਰਕਿਰਿਆ ਨੂੰ ਪ੍ਰਸਿੱਧ ਧਰਮ ਦਰਸ਼ਨ ਪੁਸਤਕ ਤਿਬਤੀਅਨ ਬੁੱਕ ਆਫ ਡੈਡ ਵਿੱਚ ਮਨੋਵਿਗਿਆਨਿਕ ਪ੍ਰਲੋਕ ਨਾਲ ਉਪਮਾ ਦਿੱਤੀ ਗਈ ਹੈ, ਜਿਸ ਦੀ ਪ੍ਰਾਪਤੀ ਜਿਉਂਦੇ ਜੀ ਮਨ ਦੀ ਨੀਅਤ ਦੇ ਦ੍ਰਿਸ਼ਟੀਕੋਣ ਦੇ ਪਰਿਵਰਤਨ ਨਾਲ ਹੁੰਦੀ ਹੈ। ਭਗਤ ਕਬੀਰ ਜੀ ਨੇ ਮਨੁੱਖ ਨੂੰ ਆਪੋ ਦੀ ਸਮੁੱਚਤਾ ਦਾ ਅਹਿਸਾਸ ਕਰਵਾਇਆ ਅਤੇ ਉਸ ਨੂੰ ਉਸ ਦੀ ਦੈਵੀ ਪ੍ਰਕਿਰਤੀ ਬਾਰੇ ਜਾਣਕਾਰੀ ਦਿੱਤੀ। ਪ੍ਰਸਿੱਧ ਮਨੋਵਿਗਿਆਨੀ ਫਰਾਇਡ ਨੇ ਅਚੇਤ ਮਨ ਨੂੰ ਵਾਸਤਵਿਕ ਪੱਧਰ ਉੱਤੇ ਰੱਖਿਆ ਹੈ, ਪਰ ਕਬੀਰ ਜੀ ਨੇ ਮਨੁੱਖ ਦੇ ਅੰਤਰੀਵ ਸੰਸਾਰ ਨੂੰ ਆਰਾਮ ਕੀ ਅੰਸ਼ ਕਰਾਰ ਦਿੱਤਾ ਹੈ।
ਉਹਨਾਂ ਨੇ ਮਾਨਸਿਕ ਅੰਧਕਾਰ ਅਥਵਾ ਅਗਿਆਨ ਨੂੰ ਸੰਸਾਰਿਕ ਅਸ਼ਾਂਤੀ ਦਾ ਕਾਰਨ ਦੱਸਿਆ ਹੈ ਅਤੇ ਇਸ ਨੂੰ ਦੂਰ ਕਰਨ ਲਈ ਗਿਆਨ ਪ੍ਰਕਾਸ਼ ਦੀ ਪ੍ਰਾਪਤੀ ਤੇ ਜ਼ੋਰ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਿਲਦੇ ਹਾਂ ਦੋਸਤੋ ਅਗਲੇ ਭਾਗ ਵਿੱਚ। ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਧੰਨਵਾਦ।